So yesterday we did your second chapter. Today we will be doing your third chapter. Second chapter खत्म नहीं हुआ था? Second chapter के कुछ points रहते थे. There were only few points regarding your second chapter. हम लास्ट पर आ गए थे, डॉगमेटिक भी हो गया था. डॉगमेटिक, लॉन्डिट्री, पेडेस्ट्रियन, पॉपुलिस्ट, ये वाला चल रहा था हमारा. हाँ जी, बॉयज स्टॉप टॉकिंग. डॉगमेटिक तक हुआ था. नेक्स्ट इज यूपोथिस्मिक. नाउ व्हाट्स दैट? How would you express your despising or contradiction without being hostile or blunt? कई बारी ਕੀ ਹੁੰਦਾ ਹੈ, ਸਾਨੂੰ ਕਿਸੇ ਦੇ ਨਾਲ ਕੋਈ contradiction ਹੋ ਜਾਂਦੀ ਹੈ. ਸਾਡੀ ਦੋ ਪਰਸਨਸ ਦੀ ਰਾਏ ਹੈ, ਆਪਸ 'ਚ ਨਹੀਂ ਮਿਲੀ. ਠੀਕ ਹੈ, ਤਰਨਦੀਪ ਨੇ ਕਿਹਾ ਕਿ ਆਪਾਂ ਫਰਾਈਡੇ ਸੈਟਰਡੇ ਸੰਡੇ ਛੁੱਟੀ ਕਰਨੀ ਹੈ, ਕੰਮ ਕਰਨਾ ਹੈ. ਠੀਕ ਹੈ, ਸੁਖ ਨੇ ਕਿਹਾ ਨਹੀਂ, ਆਪਾਂ ਉਸ ਦਿਨ ਕਲਾਸਿਸ ਲਗਾਣੀ ਹੈ. ਆਪਸ 'ਚ contradict ਹੋ ਗਈ, ਸਟੇਟਮੈਂਟ ਮੈਚ ਨਹੀਂ ਹੋਈ. ਤੇ ਬਟ ਹਾਊ ਵਿਲ ਯੂ ਐਕਸਪ੍ਰੈਸ ਕਰ ਕਿਸ ਤਰ੍ਹਾਂ ਕਰੋਗੇ ਵਿਦਾਊਟ ਬੀਇੰਗ ਬਲੰਟ? ਵਾਟ ਇਜ਼ ਬਲੰਟ? ਆਰਗੂਮੈਂਟ. ਠੀਕ ਹੈ, ਸੋ ਹਾਊ ਵਿਲ ਯੂ ਐਕਸਪ੍ਰੈਸ योर डिस्पाइसिंग और कॉन्ट्रडिक्शन विदाउट बीइंग हॉस्टाइल? हॉस्टाइल तो बहुत बैड बिहेवियर होगा. और बीइंग विदाउट बीइंग हॉस्टाइल और ब्लंट. इन सच अ केस मेटामॉर्फिकल टोन एक्ट्स एज अ हीरो. किस टाइप दी टोन? योर टोन, ਤੁਹਾਡੀ ਟੋਨ ਕਿਹੋ ਜਿਹੀ ਹੈਗੀ, ਉਹੀ ਤੁਹਾਡੇ ਸੇਵੀਅਰ ਦੀ ਤਰ੍ਹਾਂ. ਇਫ ਅ ਪਰਸਨ, ਫॉर एग्जांपल, ਮੇਰੇ ਕੋਈ ਫਰੈਂਡਸ ਨੇ, ਬਹੁਤ ਵਧੀਆ ਇੰਗਲਿਸ਼ ਬੋਲ ਰਿਹਾ, ਸਭ ਕੁਝ ਠੀਕ ਹੈ, ਪਰ ਉਹਦੀ ਟੋਨ ਅੱਛੀ ਨਹੀਂ ਹੈ. ਹੀ ਇਜ਼ ਬਲੰਟ, ਹੀ ਇਜ਼ ਰੂਡ, ਹੀ ਇਜ਼ ਅਬਿਊਜ਼ਿਵ. ਕੀ ਕਰਨਾ ਚਾਹੀਦਾ ਮੈਨੂੰ? ਇੰਗਲਿਸ਼ ਉਹਦੀ ਬਹੁਤ ਵਧੀਆ ਹੈ, ਬਹੁਤ ਨੌਲੇਜੇਬਲ ਹੈ, ਸਭ ਕੁਝ ਸਹੀ ਹੈ, ਪਰ ਜਦੋਂ ਵੈਨਐਵਰ ਵੀ ਆਰ ਆਰਗੂਇੰਗ ਦ ਪਰਸਨ ਬਿਕਮਸ ਹੌਸਟਾਈਲ. ਕੋਈ ਵੀ ਹੋ ਸਕਦਾ ਐਗਜ਼ਾਮਪਲ ਦੇ ਤੌਰ 'ਤੇ. ਉਹ ਅਬਿਊਜ਼ਿਵ ਲੈਂਗੁਏਜ ਸ਼ੁਰੂ ਕਰਦੇ, ਮਦਰ ਸਿਸਟਰ ਇੱਕ ਕਰਨੀ ਸ਼ੁਰੂ ਕਰਦੇ. ਐਕਸ਼ਨ ਕੀ ਹੋਣਾ ਚਾਹੀਦਾ ਪਰ ਮੇਰਾ ਕਿਸੇ ਵੀ ਪਰਸਨ ਦਾ? ਇਟਸ ਨਾਟ ਚਪੇੜਾ, ਮੇਰੀ ਆਪਾਂ ਚਪੇੜਾ ਨਹੀਂ, ਬਟ ਵੀ ਸ਼ੁਡ ਕੰਟੀਨਿਊ ਔਰ ਨਾਟ? ਨਾਟ. ਠੀਕ ਹੈ ਨਾ? ਵਾਈ? ਬਿਕੋਜ਼ ਉਹ ਬਲੰਟ ਬਿਹੇਵੀਅਰ ਕਦੀ ਨਹੀਂ ਜਾਂਦਾ. ਦੈਨ ਵਾਟ ਹੈਪਨਸ? ਦੈਟ ਪਰਸਨ ਸਟਾਰਟਸ ਟੇਕਿੰਗ ਯੂ ਐਜ਼ ਗ੍ਰਾਂਟਡ. ਤੁਸੀਂ ਇੱਕ ਵਾਰੀ ਟੋਲਰੇਟ ਕਰ ਲਿਆ ਉਹਦਾ ਬਿਹੇਵੀਅਰ, ਉਹਨੇ ਤੁਹਾਨੂੰ ਵਿਲ ਟੇਕ ਯੂ ਐਜ਼ ਗ੍ਰਾਂਟਡ. ਇਹਨੂੰ ਜੋ ਮਰਜ਼ੀ ਕਹੋ. ਠੀਕ ਹੈ, ਇੱਕ ਵਾਰੀ ਤੁਸੀਂ ਉਹਨੂੰ ਬਲੰਟ ਹੋ ਗਏ, ਖਤਮ ਕਰਤਾ, ਉਹਨੂੰ ਅਕਲ ਆਏਗੀ ਕਿ ਹੈ ਇਹ ਕੀ ਹੋ ਰਿਹਾ. ਠੀਕ ਹੈ, ਇਹ ਚੀਜ਼ਾਂ ਹੁੰਦੀਆਂ ਨੇ. ਸੋ ਮੈਟਾਮੋਰਫਿਕਲ ਟੋਨ, ਜਿਹੜੀ ਮੈਂ ਤੁਹਾਨੂੰ ਹੁਣ ਐਗਜ਼ਾਮਪਲ ਦਿੱਤੀ, ਐਕਟਸ ਐਜ਼ ਅ ਹੀਰੋ. ਫਸਟ ਆਫ ਆਲ ਇਜ਼ ਯੂ, yourself, your importance. RC sections in this sort of tone make use of indirect implicit statements. ਤੁਹਾਡੀ ਰੀਡਿੰਗ ਕੰਪਰੀਹੈਂਸ਼ਨ ਕੀ ਕਰਦੀ ਹੈ ਇਹੋ ਜਿਹੇ ਸੈਕਸ਼ਨ 'ਚ? ਉਹ ਇਨਡਾਇਰੈਕਟ ਇੰਪਲੀਕੇਟ ਸਟੇਟਮੈਂਟਸ ਬਣਾਉਂਦੀ. ਹਾਊ ਵੀ ਹੈਵ ਟੂ, ਸਾਡੀ ਟੋਨ ਕਿਹੋ ਜਿਹੀ ਹੋਣੀ ਚਾਹੀਦੀ, ਸਾਡਾ ਕਿਸ ਤਰ੍ਹਾਂ ਦੀ ਟੋਨ, ਸਾਡਾ ਬਲੰਟ ਹੋਣਾ ਚਾਹੀਦਾ, ਵਲਗਰ ਹੋਣਾ ਚਾਹੀਦਾ, ਕਿ ਸਾਡੀ ਮੈਟਾਮੋਰਫਿਕਲ ਟੋਨ ਹੋਣੀ ਚਾਹੀਦੀ. ਨੈਕਸਟ ਇਜ਼ ਗ੍ਰੈਂਡਿਓਇਸ. ਗ੍ਰੈਂਡਿਓਇਸ ਇਹ ਕੀ ਹੁੰਦਾ? ਐਜ਼ ਦ ਨੇਮ ਸਜੈਸਟ, ਦਿਸ ਨੇਮ ਗ੍ਰੈਂਡਿਓਇਸ, this type of tone is adopted by RCs written as a descriptive or abstract style. ਇਹਦੇ ਵਿੱਚ elaboration ਹੁੰਦੀ ਹੈ. ਡਿਸਕ੍ਰਿਪਟਿਵ ਜਾਂ ਐਬਸਟਰੈਕਟ ਸਟਾਈਲ, ਕੋਈ ਇਹੋ ਜਿਹਾ ਸਟਾਈਲ ਜਿਹਦੇ ਵਿੱਚ ਆਪਾਂ ਕਿਸੇ ਚੀਜ਼ ਨੂੰ ਇਲੈਬੋਰੇਟ ਕਰਦੇ ਹਾਂ. ਠੀਕ ਹੈ, ਕਿਸੇ ਚੀਜ਼ ਨੂੰ ਵਧਾ ਚੜਾ ਕੇ ਦੱਸਦੇ ਹਾਂ. ਦ ਪੈਸੇਜ ਮੇ ਅਪੀਅਰ ਮੋਰ ਇਲੈਬੋਰੇਟਿਵ ਦੈਨ ਨੈਸੈਸਰੀ. ਠੀਕ ਹੈ, ਫॉर ਐਗਜ਼ਾਮਪਲ ਐਡਵਰਬਸ ਜਿਹਦੇ ਵਿੱਚ ਯੂਜ਼ ਹੁੰਦੇ ਨੇ. ਇਟ ਇਜ਼ ਅ ਬਿਊਟੀਫੁਲ ਪਲੇਸ ਕਹਿਣਾ, ਇਟਸ ਦ ਮੋਸਟ ਸਪਲੈਂਡਰ ਬਿਊਟੀਫੁਲ ਪਲੇਸ ਰੇਜ਼ਡ ਵਿਦ ਲੋਟਸ ਆਫ ਫਲਾਵਰਸ. ਜਿੰਨੀ ਜ਼ਰੂਰਤ ਸੀ ਉਹ ਤੋਂ ਜ਼ਿਆਦਾ ਵਧਾ ਚੜਾ ਕੇ ਤਾਰੀਫਾਂ ਕਰਦੀ. She is a good girl. Sukhman is a good girl. Simple statement. She is the best person on the planet. Nobody else is like her. ਵਧਾ ਚੜਾ ਕੇ ਇੰਨੀਆਂ ਖੂਬੀਆਂ ਹੈ ਨਹੀਂ. She is always gentle and polite with her friends. ਉਹ ਪਹਿਲਾਂ ਹੀ ਨੋ ਕੁਝ ਕਿਹਾ ਵੀ, ਮੈਂ ਤਾਂ ਤਾਰੀਫਾਂ ਕੀਤੀਆਂ. ਠੀਕ ਹੈ ਨਾ? She is the most humble tone person on the planet. Never used any type of bad word.
कितना वधा चढ़ा के गल नूं किया। सो दैट इज ग्रैंडोइज, ठीक है कि हाँ कि उन्नी खूबियां है नहीं जिन्ना असी किसी नूं मक्खन लगा लगा के फायदा की सी, ये सब कुछ कहने का कुछ फायदा ही होगा, ठीक है। पर्सन कहना आई लाइक यू, ठीक है ना, वो थोड़े वर्गे तो असी जी को देखे ही नहीं, अच्छा मेरे वर्गे भी तुरे फिरते हैं प्लैनेट पे, ठीक है। ऑल्सो समटाइम्स एब्सट्रैक्ट पैसेज यूटिलाइज अ ग्रैंडोइज स्टाइल ऑफ राइटिंग। कई बार राइटिंग पोइट्री की है, दैट इज अ ग्रैंडोइज स्टाइल। आई सॉ द डैफोडिल्स द मोस्ट के तुसी बचपन से पढ़ी है ना कहानियां, इन्ने फुल हिलते भी नहीं जिन्ने राइटर ने पोइट ने हिलाते, ठीक है। किसी ने इस जगह के उत्ते पोइट्री लिखनी हो, कल नूं तरन ने लिखना सानेवाल इज द मोस्ट ब्यूटीफुल कोजी प्लेस ऑन द प्लैनेट, नो अदर इवन पेरिस फील्स इन फ्रंट ऑफ सानेवाल। बता चढ़ा के कहता द स्ट्रीट्स आर जस्ट लाइक बटरी स्वीट्स, मक्खन वर्गी, हाँ तो हैगियां असी फिसल के और डिगदे, ठीक है। सो ग्रैंडोइज हुण समझ आई। नैक्सट इज इंट्रोस्पैक्टिव, वो करना चाहिए हर पर्सन नूं। कल ही राती आपां किसी नाल बहस कर रहे सी कि इंट्रोस्पैक्ट अपने मन च क्या कहा नहीं कि सानू बोलण तो पहले इंट्रोस्पैक्ट कहंदे ना कि भी सानू बोलण दूजे नूं बोलण अपनी मंजी थल्ले सोटा मारना, हाँ इंट्रोस्पैक्ट पहले अपने आप को तो देख लो, दूजे नूं कहण तो पहले आप की हो तुसीं, ठीक है। हाउ वुड यू टॉक अबाउट एनालाइजिंग योर फीलिंग्स और contemplate your actions? Well, an introspective tone is used in the passage as to self-examine. Self-examine हो गया, पहला अपना भी देख लो भाई, ठीक है ना। ऐ मैनू कही जाए फॉर एग्जाम्पल तुसी मेरे लिए की कीता, साडे लिए की कीता, पहला पूछे तू मेरे लिए की कीता। Somebody saying I have invested in you, अंदर ही अंदर हासा आ गया कि सारी इन्वेस्टमेंट मैं की, तू की कीता, ठीक है। Self-examine and reflect upon one's actions or feelings. Action speak कहंदे ना, action speaks louder than word. Action ਤੁਹਾਡੇ action ਦੱਸ ਦੇਣਗੇ, words से ਤੁਸੀਂ जो मर्जी कह दो। बच्चे AC ਦਾ प्लग ਕੱਢੋ ਸਭ ਤੋਂ ਪਹਿਲਾਂ। वेट हाँ जी हो गया, कुछ नहीं को ऐसे कुछ नहीं करेगा, आ जाएगी लाइट। हाँ जी लेट्स कंटिन्यू। गर्ल्स रिकॉर्डिंग होने भी चालू है, वो नहीं बंद हुई, ठीक है, वो तो इत्थों हो रही है। सो इंट्रोस्पेक्टिव, आई वाज टेलिंग यू व्हाट इज इंट्रोस्पेक्टिव। पहले अपना देख लो बिफोर pointing out to someone else. So I gave you an example. आ रही है राइट, कोई बात नहीं। I gave you an example. की example दित्ती सीगी कि पहला अपनी मंजी थल्ले सोटा फेर के देख लो, then point out towards another person. When somebody is doing an introspective, पहले अपनी feelings, अपने actions, हुणे तो उनके ऐसी actions speak louder than words. अगर आप दे action ठीक नहीं हैगे ने, आपा दूसरे नूं नहीं कह सकते, ठीक है ना। अपने action बदतर होण तो आप दूसरे लिए इंट्रोस्पेक्टिव करन बैठ जी। फर्स्ट ऑफ ऑल यू लुक एट योर सेल्फ, टॉक अबाउट योर सेल्फ। हुणे मैं इन्वेस्टिंग का दस्सिया सीगा, इन्वेस्टिंग डजंट मीन पुटिंग इन मनी, नो। इत्थे इन्वेस्टमेंट का मतलब हैगा इन्वेस्टेड। मैं एंड तरन वी आर बेस्ट फ्रेंड्स फॉर एग्जांपल, ऐ मैनू बार बार कहे आई हैव इन्वेस्टेड इन यू, मैं तुहाडे लिए मैं कहांगी तू मेरे लिए हुण तक कीता की, फॉर एग्जांपल, जस्ट फॉर एग्जांपल बच्चे, मैं नॉट पॉइंटिंग आउट टू यू, ठीक है ना। आई एम डूइंग एवरीथिंग फॉर यू, फॉर एग्जांपल मैं स्पेंड भी कर रही हूँ, मैं तुहानू लिया के सामान दे रही हूँ, उल्टा तुसीं मैनू टुट पै रहे हो। आई ब्रॉट केक मंचूरियन चिप्स लटरम शटरम, ऐ कहे मैनू ऐ नहीं पसंद, मैनू ऐ नहीं पसंद, मैनू ऐ नहीं पसंद, ऐ की कर कौन रहा, सारी एफर्ट्स मैं कर रही हैं, तेरे नखरे सह रही हैं। आई डोंट नीड सच अ पर्सन, सही है कि नहीं, ठीक है। सो इंट्रोस्पेक्ट, फर्स्ट ऑफ ऑल दैट पर्सन हैज टू इंट्रोस्पेक्ट। वैसे मैनू कही जाए मैम तुहाडे तो वर्गी कोई है नहीं, चल नहीं, चलो मैम नहीं, वी आर फ्रेंड्स, तेरे वर्गी कोई मेरी बेस्ट फ्रेंड है ही नहीं, एंड आई एम डूइंग एवरी एफर्ट फॉर यू, एंड व्हाट शी इज डूइंग, हर टाइम अब्यूज, हर टाइम गालियां, या हर टाइम मैनू टेकन फॉर ग्रांटेड। सो आई व्हाट आई विल से, इंट्रोस्पेक्ट योरसेल्फ, व्हाट इज योर एक्शन, शुड आई कंटिन्यू सच अ फ्रेंड, नो, ठीक है ना, ऑब्वियस। हुण समझ आया, ताही मैं तुहानू लाइव एग्जांपल्स देनी सो दैट एवरीथिंग इज क्लीयर। ना इस बच्चे दे नाल मैंने कोई इहो जिहा बिहेव कीता, ना इस बच्चे ने कदी कीता, ऐ करन दी लोड़ नहीं, सारिਆਂ ਨੂੰ पता ही है ਕਿਹੜੀ केक पेस्ट्री ਤੇ ਕਿਹੜਾ कुछ पहले आएगी, वो ही गल है। Next is provocative. Last boys. Next is provocative.
You may come across some famous speeches by great orators and found their words moving or soul bleeding. इन्हों जरा ऑन करके देखो चलिए कि So next is provocating. You may have come across some famous speeches by great orators and found their words moving or soul bleeding. कई बार orator, what is an orator? I am an orator, the person who speaks. Not only in class, किसी किसी जगह पे suppose किसी दी speech सुनोगे, नरेंद्र मोदी is a great orator. ਜਿਹੜਾ person डायस ਤੇ खड़ा होके सभा ਨੂੰ एड्रैस कर सके. व्हाट डू यू मीन बाय एड्रैस कर सके? सारिਆਂ ਨੂੰ बोल सके, दस सके, अपनी गल जनता ਦੇ ਅੱਗੇ ਰੱਖ सके. So you may have come across famous speeches by great orators and found their words moving or soul bleeding. ਕਈ ਇਹੋ ਜਿਹੇ ਹੁੰਦੇ ਨੇ ਤੁਹਾਡੀ ਰੂਹ ਤੱਕ ਹਿਲਾ ਕੇ ਰੱਖ ਦਿੰਦੇ ਨੇ ਉਹਨਾਂ ਦੇ words. Well, that's an industry tone and play. It's the tone of speech which is also utilized by revolutionaries and politicians. ਗੱਲ ਉਹੀ ਆ ਗਈ ਜਿਹੜੀ ਮੈਂ ਹੁਣੇ ਕਹਿ ਕੇ ਹਟੀ. Revolutionaries, ਭਗਤ ਸਿੰਘ ਵਗੈਰਾ, ਉਹਨਾਂ ਦੇ ਵਰਡ ਸਪੀਚਸ ਇਹੋ ਜਿਹੀ ਹੁੰਦੀ ਸੀ ਕਿ ਲੋਕੀ ਉਹਨਾਂ ਦੇ ਪਿੱਛੇ ਲੱਗ ਜਾਂਦੇ ਸੀ. And great politicians like our Prime Minister ਸਾਹਿਬ, ਉਹਨਾਂ ਦੇ ਵਰਡਸ, ਉਹਨਾਂ ਦੀ ਸਪੀਚ ਇਹੋ ਜਿਹੀ ਹੁੰਦੀ ਕਿ ਯੈਸ ਅਸੀਂ ਉਹਨਾਂ ਦੇ ਕਿ ਯੈਸ ਹੀ ਇਜ਼ ਡੂਇੰਗ ਸਮਥਿੰਗ ਗ੍ਰੇਟ ਫॉर ਇੰਡੀਆ ਤੇ ਅਸੀਂ ਉਹਨਾਂ ਦੇ ਨਾਲ ਚੱਲ ਰਹੇ ਹਾਂ. In other words, a provocative tone is intended to affect individuals in a negative or positive course. Negative भी हो सकता, positive भी हो सकता. Negative की होता है? अगर कोई सानू negativity साढ़े से भरे तो साढ़े विच negativity आ जाएगी. कोई positivity करे, revolutionaries या some good politicians, ते असी positivity महसूस करांगे. Next is laudatory. How have you commanded something or somebody you respected? How have you commanded or something or somebody you respected? This is the way that commendatory tone sounds like. Regularly descriptive passage accepts this sort of tone in order to talk about a specific subject along with specific justification. ਆਪਾਂ ਤੁਹਾਨੂੰ justification ਹੁਣ ਜਿਸ ਤਰ੍ਹਾਂ ਆਪਾਂ ਮੈਂ ਕੱਲ ਐਗਜ਼ਾਮਪਲ ਦਿੱਤਾ ਸੀਗਾ justification ਦਾ ਕੀ ਸੀਗਾ? ਹਾਂਜੀ ਵਿਸ਼ਾਲ, ਜਸਟੀਫਿਕੇਸ਼ਨ ਦਾ ਕੱਲ ਕੀ ਐਗਜ਼ਾਮਪਲ ਦਿੱਤਾ ਸੀਗਾ? ਸਾਡੇ ਇੰਸਟੀਚਿਊਟ ਟਾਈਪ ਹੀ ਦਿੱਤਾ ਸੀਗਾ. ਜੀ ਇੱਥੇ ਆ ਕੇ ਫੋਨ ਨੂੰ ਚਲਾਉਂਗੇ ਮਤਲਬ ਤੁਸੀਂ ਇੱਥੇ ਟੀਚਿੰਗ ਨੂੰ ਛੱਡ ਕੇ ਤੁਸੀਂ ਫੋਨ ਚਲਾਉਂਗੇ ਤਾਂ ਉਹ ਜਸਟੀਫਾਈ ਨਹੀਂ ਹੋਏਗਾ. ਹਾਂ, ਆਈ ਗਿਵ ਦੈਟ ਐਗਜ਼ਾਮਪਲ. ਦ ਜਸਟੀਫਿਕੇਸ਼ਨ ਕੀ ਹੁੰਦੀ ਹੈ? ਕਿਸ ਤਰ੍ਹਾਂ ਜਸਟੀਫਾਈ ਕਰਾਂਗੀ ਮੈਂ ਆਪਣੀ ਟੀਚਿੰਗ? ਬੋਥ ਸਾਈਡ ਦੇਖ ਕੇ. ਠੀਕ ਹੈ. ਇੱਥੇ ਜਸਟੀਫਾਈ ਕੀ ਕਰ ਰਹੇ ਆ? In your tone, descriptive tone, how you justify your tone, how I am speaking to you. अगर मैं आपके बच्चों को टुट के पावा कुछ ना करावा, I will not be justifying my word. Justification अगर बच्चा कोई पूछता है कि कल जिस तरह पैसेज छूट गया, मैं कहूँ नहीं 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 कोई गल नहीं, हम 14 चैप्टर खोलो फटाफट खत्म करिए. It will not be justified. What is justification? अगर कल कुछ छूट गया, चलो मेरे दिमाग से निकल गया, बच्चा ने रिमाइंड कराता कि मैं उदों स्टार्ट करा कि बच्चे की यह चीज़ कल छूट गई सी, मेरी तो होर 4-5 क्लास आई कैन फॉरगेट. तो बच्चे ਨੂੰ याद आंदा मैडम इधर तक कराया सीगा. सो जस्टिफिकेशन मैं टुट के नहीं पई, मैनू पता हो कल इधर रह गया सी, चलो ये वो करते. जस्टिफाइंग, ठीक है. एंड टोन जस्टिफिकेशन, हाउ यू स्पीक, हाउ यू, बिकॉज सी ਇਹਦੇ ਵਿੱਚ ਇਹ ਵੀ ਚੀਜ਼ ਦਿਖਦੀ. ਇਟ ਇਜ਼ ਨਾਟ ਕਿ ਆਪਾਂ ਨੂੰ ਪਰਵਰਿਸ਼ ਵੀ ਦਿਖਦੀ ਕਿ ਉਹ ਜੀ ਸਾਨੂੰ ਮਿਲੀ. ਸਾਡਾ ਬਿਹੇਵੀਅਰ, ਹਾਊ ਵੀ ਸਪੀਕ, ਹਾਊ ਆਰ ਟੋਨ ਇਜ਼ ਲਾਈਕ. अगर किसी चीज़ को तुसी एक्सप्रैस करना, एक्सप्लेन करना है, तो तुहाडी टोन किहो जी होवे. ऐ नहीं अज तुसी ऐ कह रहे हो तो कल तुसी वो कहोगे. योर टोन, योर बॉडी लैंग्वेज, योर स्टाइल, योर इंटोनेशन, योर मैसेज, योर वर्ड्स एंड योर एक्शंस. ठीक है. रेगुलरली डिस्क्रिप्टिव पैसेज एक्सेप्ट्स दिस सॉर्ट ऑफ टोन इन ऑर्डर टू टॉक अबाउट स्पेसिफिक सब्जेक्ट अलॉन्ग विद स्पेसिफिक जस्टिफिकेशन. जिस तरह सब्जेक्ट है ਇਹਦੇ ਨਾਲ ਦੀ ਹੀ जस्टिफिकेशन कि हाउ इन दिस अगर कोई वर्ड्स लिखे ने, सेंटेंसेस लिखे ने, उन्होंने आपा जस्टिफाई किस तरह कर रहे हैं. ठीक है. नेक्स्ट इज पेडेस्ट्रियन. व्हेन अ पैसेज लुक्स नीदर इंटरेस्टिंग नॉर कॉम्प्लेक्स टू यू, प्रोबेबली इट हैज़ पेडेस्ट्रियन टोन ऑफ राइटिंग. कोई पैसेज, कोई सेंटेंस, कोई वर्ड इहो जी लाइन होवे ना तो इंटरेस्टिंग लग रही है ना ही तो ज़्यादा कॉम्प्लेक्स लग रही है.
ਤੇ ਉਸ ਚੀਜ਼ ਨੂੰ ਆਪਾਂ ਪੈਡੈਸਟਰੀਅਨ ਕਹਿੰਦੇ ਹਾਂ ਕਿ ਨਾ ਤੇ ਕੰਪਲੈਕਸ ਹੈ ਨਾ ਹੀ ਇੰਟਰਸਟਿੰਗ ਹੈ, ਬਸ ਵਿਚਕਾਲੇ ਹੀ ਹੈ, ਤਾਂ that is known as pedestrian. In other words, this kind of tone is used when the RC passage talks about commonplace things and ideas. ठीक है, ਤੁਹਾਡੀ ਰੀਡਿੰਗ ਕੰਪਰੀਹੈਂਸ਼ਨ ਵਿੱਚ ਪੈਡੈਸਟਰੀਅਨ ਕਦੋਂ ਆਉਂਦਾ ਹੈ? ਵੈਨ ਰੀਡਿੰਗ ਕੰਪਰੀਹੈਂਸ਼ਨ ਦੇ ਪੈਸੇਜ ਕਿਹਦੀ ਗੱਲ ਕਰਦੇ? ਕੋਈ ਕਾਮਨ ਪਲੇਸ ਹੋਵੇ, ਠੀਕ ਹੈ, ਕੋਈ ਚੀਜ਼ ਹੋਵੇ ਜਾਂ ਕੋਈ ਆਈਡੀਆਜ਼ ਹੋਵੇ, that is known as pedestrian. Next is populist. As the name says, a populist tone is used to discuss theories and characters. Populist theory, कोई theory होवे, quantum theory, या कोई characteristic ਇਹੋ ਜਿਹਾ ਹੋਵੇ. ਅਗਰ ਫॉर एग्जांपल ਤੁਸੀਂ पोएट्री पढ़ रहे हो, ठीक है, या ਤੁਸੀਂ ਕੋਈ ਨੋਵਲ ਪੜ੍ਹ ਰਹੇ ਹੋ ਜਿਹਦੇ ਵਿੱਚ ਕੋਈ ਪਪੂਲਰ ਕੈਰੈਕਟਰ ਹੋਵੇ, ਜਿਵੇਂ ਗਾਂਧੀ ਜੀ। हाँ गांधी जी कह लो, अगर कोई होर नॉवल पढ़ रहे हो रविंद्रनाथ टैगोर, तो पॉपुलिस्ट है, ਤੁਹਾਨੂੰ ਪਹਿਲਾਂ ਤੋਂ ਹੀ ਪਤਾ, ਫਿਰ ਤੁਸੀਂ ਉਹ ਪੜ੍ਹ ਲੋਗੇ ਡੀਪਲੀ. By the general populace, general populace means general public. The author of the passage utilizes a populist tone to explain the features and behavior of common people. ਜਿਹੜਾ author ਹੈਗਾ ਪੈਸੇਜ ਵਿੱਚ, ਉਹ ਕੀ ਕਰ ਰਿਹਾ ਹੈ? ਉਹ ਐਕਸਪਲੇਨ ਕਰ ਰਿਹਾ ਕਿ ਫੀਚਰਸ ਵੀ ਐਕਸਪਲੇਨ ਕਰ ਰਿਹਾ ਤੇ ਬਿਹੇਵੀਅਰ ਕਿਹਦੇ? ਕਾਮਨ ਪੀਪਲ ਦੇ. ਜਿਸ ਤਰ੍ਹਾਂ ਫॉर एग्जांपल ਮੁਨਸ਼ੀ ਪ੍ਰੇਮਚੰਦ ਦੀ ਤੁਸੀਂ ਹਿੰਦੀ 'ਚ ਪੜ੍ਹਦੇ ਸੀ, ਉਹ ਕਾਮਨ ਪੀਪਲ ਦੀ ਗੱਲ ਕਰਦੇ ਸੀ, ਆਮ ਘਰਾਂ ਦੇ ਲੋਕਾਂ ਦੀ ਗੱਲ, ਆਮ ਹਾਊਸ ਹੋਲਡਸ, ਤੇ ਉਹ ਤੁਸੀਂ ਰਿਲੇਟ ਕਰ ਸਕਦੇ. ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲਸ ਦਿੰਦੀ ਹਾਂ, ਮੈਂ ਤੁਹਾਨੂੰ ਆਊਟ ਆਫ ਦਾ ਸਪੇਸ ਐਗਜ਼ਾਮਪਲਸ ਹੀ ਨਹੀਂ ਦਿੰਦੀ, ਮੈਂ ਤੁਹਾਨੂੰ ਰੀਅਲ ਲਾਈਫ ਐਗਜ਼ਾਮਪਲਸ ਦਿੰਦੀ ਹਾਂ, ਤੁਸੀਂ ਉਹ ਚੀਜ਼ ਰਿਲੇਟ ਕਰ ਸਕਦੇ ਹੋ ਕਿ ਹਾਂ ਇਹਦਾ ਮਤਲਬ ਇਸ ਤਰ੍ਹਾਂ, ਤੇ ਨਾਲ ਐਗਜ਼ਾਮਪਲ ਦੇ ਨਾਲ ਉਹ ਰਿਲੇਟ, ਫਿਰ ਕਲੀਅਰ ਹੁੰਦਾ ਮੀਨਿੰਗ, ਠੀਕ ਹੈ, ਵਿਦ ਕਾਮਨ ਪੀਪਲ, ਕਾਮਨ ਜੀ ਗੱਲ. ਨੈਕਸਟ ਇਜ਼ ਸੈਰਕੈਸਟਿਕ. ਕੱਲ ਆਪਾਂ ਇਹ ਚੀਜ਼ ਕੀਤੀ ਸੀਗੀ, ਸੈਰਕੈਸਟਿਕ, ਸਟੈਰਿਕਲ, ਆਇਰੋਨਿਕ ਜਾਂ ਟੌਂਟਿੰਗ, ਇਹੀ ਚੱਲ ਗਈ ਸੀ ਨਾ ਟੀਚਰ, ਠੀਕ ਹੈ. Try expressing your disliking indirectly or without sounding too serious. ਕਿਸੇ ਚੀਜ਼ ਨੂੰ indirectly ਤੁਸੀਂ ਕਹਿੰਦੇ ਹੋ ਕਿ ਇਹ ਚੀਜ਼ ਸਹੀ ਨਹੀਂ ਹੈ, sarcastic way 'ਚ ਉਹਨੂੰ negatively remark ਦਿੰਦੇ ਹੋ, but too serious sound ਨਹੀਂ ਕਰੋਗੇ ਇਹਦੇ ਵਿੱਚ. All things considered, a lot of us having talked along these lines at one time or the other. ਕਈ ਵਾਰੀ ਕੀ ਹੁੰਦਾ ਹੈ, ਅਸੀਂ ਕਈ ਗੱਲਾਂ ਇਹੋ ਜਿਹੀ ਕਰਦੇ ਆ ਸਰਕੈਸਟਿਕ ਟੋਨ 'ਚ. ਤੁਹਾਡੇ ਕਿਸੇ ਪਰਸਨ ਦਾ ਨੇਚਰ ਹੁੰਦਾ ਹੈ ਸਰਕੈਸਟਿਕਲੀ ਜਵਾਬ ਦੇਣਾ, ਪਰ ਜਿਹੜਾ ਪੋਜ਼ਿਟਿਵ ਇਨਸਾਨ ਹੈ ਉਹ ਉਹਨੂੰ ਸ਼ਾਇਦ ਉਲਟ ਲੈ ਜਾਏ, ਉਹਨੂੰ ਉਹ ਚੀਜ਼ ਪਸੰਦ ਨਾ ਆਏ. ਮੇਰੇ ਵਰਗਾ ਸਰਕੈਸਟਿਕ ਟੋਨ ਨੂੰ ਕਿਸੇ ਹੱਦ ਤੱਕ ਬਰਦਾਸ਼ਤ ਕਰੇਗਾ, ਜ਼ਿਆਦਾ ਨਹੀਂ ਕਰੇਗਾ, ਕਿਉਂਕਿ ਆਈ ਐਮ ਨਾਟ ਅ ਨੈਗੇਟਿਵ ਪਰਸਨ. At the point when the author expresses a negative feeling about something in an insulting or unexpected way, he utilizes a snide tone in this section. ठीक है ना, ਜਿਹੜਾ ਪਰਸਨ ਹੈ ਸਰਕੈਸਟਿਕ ਹੈਗਾ, ਉਹ ਕਿਸ ਤਰ੍ਹਾਂ ਕਰੇਗਾ? ਜਾਂ ਤੇ ਨੈਗੇਟਿਵ ਫੀਲਿੰਗਸ ਉਹਦੇ ਵਿੱਚ, ਉਹ ਨੈਗੇਟਿਵਿਟੀ ਦੇ ਨਾਲ ਭਰਿਆ ਪਰਸਨ ਹੋ ਸਕਦਾ ਹੈ, ਜਾਂ ਇਨਸਲਟਡ ਜਾਂ ਅਨਐਕਸਪੈਕਟਡ ਵੇ ਨਾਲ ਆਪਾਂ ਕੋਈ ਚੀਜ਼ ਡਿਸਕਸ ਕਰ ਰਹੇ ਹਾਂ. ਫॉर एग्जांपल, ਫਿਰ ਐਗਜ਼ਾਮਪਲ ਇਸੇ ਬੱਚੇ ਦਾ ਦੂੰਗੀ, ਮਾਈਂਡ ਨਾ ਕਰਨਾ ਕਿ ਤਰਨ ਪਹਿਲਾਂ ਮੈਂ ਕਿਹਾ ਸੀਗਾ, ਪਹਿਲਾਂ ਮੈਨੂੰ ਤੂੰ ਇਹ ਕਿਹਾ ਸੀ ਆਪਾਂ ਇਸ ਤਰ੍ਹਾਂ ਦਾ ਪਲਾਨ ਬਣਾਵਾਂਗੇ, ਸਡਨਲੀ ਅੱਜ ਤੂੰ ਪਲਾਨ ਚੇਂਜ ਕਰਤਾ, ਇਹ ਕੀ ਗੱਲ ਬਣੀ? ਪਹਿਲਾਂ ਤਾਂ ਮੈਨੂੰ ਇਹ ਕਿਹਾ ਸੀ. ਇਹ ਸ਼ੁਰੂ ਹੋ ਜਾਏ ਪਹਿਲਾਂ ਗਾਲਾਂ ਦੇ ਨਾਲ, ਸਰਕੈਸਟਿਕ ਟੋਨ 'ਚ. What should be my action? बोलो. हाँ, ठीक है ना, बिल्कुल नेगेटिवली. She can explain it in a better word. She can say कि नहीं शालिनी, ਅਸੀਂ ਇਹ ਪਲਾਨ ਬਣਾਇਆ ਸੀ ਪਰ ਇਹ ਵਰਕਆਊਟ ਨਹੀਂ ਹੋ ਰਿਹਾ, ਹੁਣ ਮੈਂ ਇਹ ਚੇਂਜਸ ਸੋਚ ਰਹੀ ਹਾਂ, ਆਪਾਂ ਇਸ ਤਰ੍ਹਾਂ ਕਰੀਏ. ਪਰ ਨਹੀਂ, ਇਹ ਤਾਂ ਗਾਲੀਆਂ ਦੇ ਨਾਲ ਸ਼ੁਰੂ ਹੋਈ, ਰੋਂਗ ਵੇ ਨਾਲ ਸ਼ੁਰੂ ਹੋਈ, ਸਰਕੈਸਟਿਕਲੀ ਵੀ ਸ਼ੁਰੂ ਹੋਈ. ਸਰਕੈਸਟਿਕਲੀ ਗਾਲੀਆਂ ਨਹੀਂ ਹੁੰਦਾ. बच्चे हुणे लाइट आई हुई है, आ गई है, तो चला के देखो, स्विच ऑन करके देखो, बच्चे पता लग जाएगा. आ गई है तो चल पाएगा. सो हाँ जी बच्चे, बिना शोर किए जाओ. सो व्हाट इज सरकास्टिकली? कि हाँ ਆਪਾਂ ਕਿਸੇ ਨੂੰ ਟੌਂਟ ਕਰ ਰਹੇ ਹਾਂ, ਟੌਂਟਿੰਗ ਵੇ 'ਚ ਕਿਸੇ ਨੂੰ ਆਨਸਰ ਬੈਕ ਕਰ ਰਹੇ, ਸੋ ਦੈਟ ਵਿਲ ਬੀ ਅ ਸਰਕੈਸਟਿਕ ਵੇ, ਦੈਟ ਸ਼ੀ ਇਜ਼ ਨਾਟ ਗਿਵਿੰਗ ਦ ਜਸਟੀਫਿਕੇਸ਼ਨ, ਕਿਉਂਕਿ ਪਰਸੋਂ ਤੱਕ ਕੀ ਕਹਿ ਰਹੀ ਸੀ, ਸਾਡਾ ਪਲਾਨ ਇਹ ਹੈ. ਅੱਜ ਜਦੋਂ ਮੈਂ ਮਿਲੀ ਹਾਂ, ਮੈਨੂੰ ਪਤਾ ਲੱਗਿਆ ਕਿ ਇਹਦਾ ਤਾਂ ਕੁਝ ਹੋਰ ਪਲਾਨ ਚੱਲ ਰਿਹਾ, ਮੈਂ ਉਹਦੇ ਉੱਤੇ ਕੁਐਸਚਨ ਪੁੱਟ ਕਰ ਲਿਆ, ਤੇ ਇਹਨੇ ਮੈਨੂੰ ਜਾਂ ਤਾਂ ਸਰਕੈਸਟਿਕਲੀ ਟੌਂਟ ਕਰਕੇ ਬੋਲੀ ਹੈ ਜਾਂ ਨੈਗੇਟਿਵਲੀ ਵਲਗਰ ਵੇ 'ਚ. So what should be my action? Break them all. ठीक है ना, because negativity मैं तो नहीं समझूंगी,
ਹੁਣ ਤੱਕ ਮੈਂ ਸਪੋਜ਼ ਕਰੋ ਫॉर एग्जांपल 4 ਮਹੀਨੇ ਤੋਂ ਇਹਦੀ ਨੈਗੇਟਿਵਿਟੀ ਝੇਲ ਰਹੀ, ਕਿੰਨੀ ਦੇਰ ਝੇਲਾਂਗੇ, ਲਾਈਫ ਟਾਈਮ ਤੇ ਨਹੀਂ ਝੇਲ ਸਕਦੇ ਨਾ। ਸੋ ਸਰਕੈਸਟਿਕਲੀ ਜਾਂ ਨੈਗੇਟਿਵ ਵੇ ਵਿੱਚ ਆਪਾਂ ਉਸ ਚੀਜ਼ ਨੂੰ ਡੀਲ ਨਹੀਂ ਕਰਦੇ। ਸੋ ਅਬ ਸਮਝ ਆਈ ਕਿ ਸਰਕੈਸਟਿਕ, ਆਇਰਨਿਕਲ ਜਾਂ ਟੌਂਟਿੰਗ, what it is, insulting or unexpected way which utilizes the snide tone in this section, ਜਿਹਦੇ ਵਿੱਚ ਕੋਈ ਪੋਜ਼ਿਟਿਵਿਟੀ ਨਹੀਂ ਹੈਗੀ, ਨੈਗੇਟਿਵਿਟੀ ਹੀ ਹੈ। Next is speculative. What is speculative? We do read about different articles in daily paper, monetary, political and so forth. बच्चे मेरे का लाइट नहीं आई है, चल पे बच्चे अगर लाइट के बगैर आप चलाया तो कुछ भी हो सकता है। जनरेटर बंद हो गया, ठीक है तो चला। So we do read about different articles in daily papers, monetary, political and so forth. Also RC sections throwing light any such hypotheses embrace a theoretical tone of composing. So what is speculative? कि ਇਹਦੇ ਵਿੱਚ ਕੀ ਹੁੰਦਾ ਹੈ, throwing light any such hypotheses, ਕੋਈ ਇਹੋ ਜੀ hypotheses ਕੀ ਹੁੰਦਾ ਹੈ ਜਦੋਂ ਆਪਾਂ research methodology ਕਰਦੇ ਹਾਂ, there is a word known as hypotheses. Imagination ਆਪਣੇ ਵੱਲੋਂ ਹਾਈਪੋਥੇਸਿਸ, ਇਮੇਜਿਨੇਸ਼ਨ ਵੀ ਕਹਿ ਸਕਦੇ ਹੋ। ਨਾਲੇ ਹਾਈਪੋਥੇਸਿਸ ਹੁੰਦਾ ਹੈ ਕਿ ਹਾਂ ਫॉर एग्जांपल ਤੁਸੀਂ ਪੁਰਾਤਨ ਕਾਲ ਵਿਭਾਗ 'ਚ ਕੰਮ ਕਰਦੇ ਹੋ ਨਾ। ਵਾਟ ਇਜ਼ ਪੁਰਾਤਨ ਕਾਲ ਵਿਭਾਗ? ਹਿਸਟਰੀ ਹੈ ਤੇ ਹਿਸਟਰੀ, ਹਾਂਜੀ ਹਾਂ। ਜਦੋਂ ਇਨਸਾਨ ਪਹਿਲੀ ਵਾਰ ਕਬੀਲੇ ਵਿੱਚ ਰਹਿਣਾ ਸਟਾਰਟ ਕੀਤਾ ਸੀ, नहीं, मैं तो पुरातन काल विभाग क्या है, विभाग इज डिपार्टमेंट, पुरातन काल इज आर्कियोलॉजिकल डिपार्टमेंट, ठीक है। अगर तुसी आर्कियोलॉजिकल डिपार्टमेंट ऑफ इंडिया, पुरातन काल विभाग हिंदुस्तान भारत ਉਹਦੇ 'ਚ ਕੰਮ ਕਰਦੇ ਹੋ ਤੇ ਤੁਹਾਨੂੰ ਹਾਈਪੋਥੇਸਿਸ, ਮੈਂ ਜਦੋਂ ਰਿਸਰਚ ਕਰ ਰਹੀ ਸੀਗੀ ਮੈਂ ਬਹੁਤ ਚੱਕਰ ਕੱਟਦੀ ਸੀ ਦਿੱਲੀ ਦੇ। ਸੋ ਉੱਥੇ ਕੀ ਹੁੰਦਾ ਹੈ, ਯੂ ਫਾਈਂਡ ਆਊਟ ਦ ਸਟੱਡੀਜ਼। ਹੁਣ ਆਪਾਂ ਤੁਸੀਂ ਸਟੱਡੀ ਕਰ ਰਹੇ ਹੋ ਔਨ अर्ਲੀ ਨੀਡਰਥਨ ਮੈਨ, ਤੁਸੀਂ ਉਹਦੀ ਹਾਈਪੋਥੇਸਿਸ, ਪੁਰਾਣੀ ਰੀਡਿੰਗਸ, ਪੁਰਾਣੀ ਸਰਚਸ, ਰਿਸਰਚਸ ਨੂੰ ਪਹਿਲਾਂ ਦੇਖੋਗੇ, ਪੂਰੇ ਹਾਈਪੋਥੇਸਿਸ ਕਰੋਗੇ, ਫਿਰ ਅੱਗੇ ਵਧੋਗੇ। ਜਿਵੇਂ ਰਾਮ ਸੇਤੂ ਦੇ ਵਿੱਚ ਹੋਇਆ ਸੀ। ओके राइट, ठीक है। सो यस, पुटिंग इन डिफरेंट वेज सच पैसेज रिवॉल्व अराउंड हाइपोथेटिकल थिंग्स एंड एक्सपर्ट ओपीनियन। ਜਦੋਂ ਅਸੀਂ ਇਹੋ ਜਿਹੀ ਚੀਜ਼ਾਂ ਦੇ ਅੱਗੇ ਘੁੰਮਦੇ ਆ, ਜਦੋਂ ਅਸੀਂ ਦੇਖਦੇ ਹਾਂ ਕਿ ਯੈਸ ਇਹ ਆਪਾਂ ਫਾਈਂਡਿੰਗਸ ਕੀਤੀਆਂ ਨੇ, ਠੀਕ ਹੈ। ਈਵਨ ਔਨ ਜਿਸ ਤਰ੍ਹਾਂ ਹੁਣ ਮੈਂ ਐਗਜ਼ਾਮਪਲ ਬਾਰ-ਬਾਰ ਇਸੇ ਦਾ ਦਿੰਦੀ ਹਾਂ, ਮੈਂ ਹਾਈਪੋਥੇਸਿਸ ਕਰ ਲਈ ਕਿ ਇਹਦਾ ਨੇਚਰ ਹੀ ਇਹੋ ਜਿਹਾ ਹੈ, ਇਹਦੇ ਨਾਲ ਕੰਟੀਨਿਊ ਕਰਕੇ ਮੇਰੀ ਜ਼ਿੰਦਗੀ ਪੂਰੀ ਨੈਗੇਟਿਵਿਟੀ ਨਾਲ ਭਰ ਜਾਏਗੀ। नहीं नहीं, और आई डोंट हैव अ रियल टाइप दिस थिंग ना, सो आई विल, जो मेरे सामने बैठा मैं उसका ही नाम लवाऊंगी। देयर इज नो सच थिंग लाइक दिस, इट इज जस्ट एन एग्जांपल, ठीक है। सो व्हाट हाइपोथेसिस आई हैव डन, की फाइंडिंग्स मैं कीतियां ने, ਉਹਦਾ ਪੂਰਾ ਨੇਚਰ, ਉਹਦੀ ਪੂਰੀ ਬੈਕਗ੍ਰਾਉਂਡ, ਉਹਦੀ ਪੂਰੀ ਹਿਸਟਰੀ ਹੁਣ ਤੱਕ ਪਤਾ ਲੱਗ ਗਈ ਹੈ। ਸੋ ਮੂਰਖਤਾ ਕਿਹਦੀ ਹੋਏਗੀ? ਮੇਰੀ, ਟੂ ਕੰਟੀਨਿਊ, ਠੀਕ ਹੈ। So speculative समझ आया। Next is, now what are your strategies versus skills? हम Hypotheses. मैम गलती से किए भी है, हाँ? नहीं किया गलती से। Hypotheses होंदी है, असल च hypotheses होंदी whenever you are doing a research, archaeological survey of India, पुरातन काल विभाग, ठीक है। ਉੱਥੇ ਜਾ ਕੇ ਤੁਸੀਂ ਕਿਸੇ ਵੀ ਕੋਈ ਟੌਪਿਕ ਲੈ ਲਿਆ। ਹੁਣ ਜਿਸ ਤਰ੍ਹਾਂ ਮੇਰਾ ਟੌਪਿਕ ਤੇ ਤਾਜ ਮਹਿਲ ਸੀ, ਮੈਂ ਹਾਈਪੋਥੇਸਿਸ ਕੀ ਕੀਤੀ ਸੀਗੀ ਉੱਥੇ, ਮੈਂ ਹਾਈਪੋਥੇਸਿਸ ਕੀਤੀ ਸੀਗੀ ਪੁਰਾਣੇ ਰਾਈਟਰਸ, ਕਿਹੜੇ ਰਾਈਟਰਸ ਨੇ ਤਾਜ ਮਹਿਲ ਦੇ ਕਿਹੜੇ ਸਟੋਨਸ, ਕਾਰਵਿੰਗਸ ਦੇ ਉੱਤੇ ਕੀ ਰਿਸਰਚਸ ਕੀਤੀਆਂ ਨੇ, ਮੈਂ ਉਹ ਜਾ ਕੇ ਖੋਜਦੀ ਰਹਿੰਦੀ ਸੀ। ਦੈਨ ਆਈ ਵੈਂਟ ਟੂ, ਦੈਨ ਆਈ ਟੋਲਡ ਯੂ ਲਾਸਟ ਟਾਈਮ ਆਲਸੋ ਕਿ ਮੈਂ ਆਗਰਾ ਗਈ ਸੀ, ਸਭ ਕੁਝ ਮਿਲਦੀ ਸੀ ਲੋਕਾਂ ਨੂੰ, ਉਹ ਤੋਂ ਪੁੱਛਦੀ ਸੀ, ਉਹਨਾਂ ਦੀ ਵੀ ਪੁਰਾਣੀ ਮੈਂ ਸਭ ਲਿਖਦੀ ਸੀ, ਨੋਟਸ ਬਣਾਉਂਦੀ ਸੀ, ਠੀਕ ਹੈ। ਮੇਰੀ ਉਹ ਵਾਲੀ ਕਲੈਕਸ਼ਨ ਕਿਸੇ ਹੋਰ ਦੀ ਹਾਈਪੋਥੇਸਿਸ ਬਣ ਸਕਦੀ, ਅੱਜ ਤੋਂ 50 ਸਾਲ ਬਾਅਦ ਉਹ ਹਾਈਪੋਥੇਸਿਸ ਬਣੇਗੀ, ਹੁਣੇ ਨਹੀਂ, ਐ ਨਹੀਂ ਅਗਲੇ ਸਾਲ ਹੀ। ਹਾਈਪੋਥੇਸਿਸ ਹੁੰਦਾ ਬਹੁਤ ਪੁਰਾਣਾ, 60, 70 या 80 साल बाद अगर कोई मेरी वाली रिसर्च में पढ़े, that will be a hypothesis. So now what are the strategies versus skill? First is using schema, ठीक है, ये आगे दिता हुआ है। During scanning as well as mark keywords in the question, you are tendency to match them with similar words in the passage. Since passages are long and complex, finding out keywords will help you read more efficiently. ਕਈ ਵਾਰੀ ਇਹੋ ਜਿਹੇ ਵਰਡਸ, ਫਰੇਜ਼ਸ ਹੁੰਦੇ ਨੇ, ਅਗਰ ਤੁਸੀਂ ਬਾਰ-ਬਾਰ ਉਹਨਾਂ ਨੂੰ ਰੀਡ ਕਰੋ, ਤੁਹਾਡੀ ਐਫੀਸ਼ੀਐਂਸੀ ਵੱਧਦੀ ਹੈ। ਕਿਵੇਂ ਵੱਧਦੀ ਹੈ?
ਜਦੋਂ ਤੁਸੀਂ ਉਹਨਾਂ ਨੂੰ ਰੀਡ ਕਰੋ, ਕਈ ਪੈਸੇजेस ਨੂੰ, ਕਈ ਚੀਜ਼ਾਂ ਨੂੰ ਤੁਸੀਂ ਰੀਡ ਕਰੋ, ਰੀਡ ਕਰੋ। ਫਾਈਂਡਿੰਗ ਕੀਵਰਡਸ ਇਨ, ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਹਾਂ ਕੀਵਰਡਸ ਪੜੋ in your reading passage. An important part of skimming the passage is underlining keywords. While you are reading the passage, you can identify important keywords in the paragraph that will also help you to be better understand the given information. ਤੁਸੀਂ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਮਿਲੀ ਹੈ ਉਹਨੂੰ ਤੁਸੀਂ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਕਿਸ ਤਰ੍ਹਾਂ ਕਰ ਸਕਦੇ ਹੋ, ਜਦੋਂ ਤੁਸੀਂ ਬਾਰ-ਬਾਰ ਉਹਨੂੰ ਪੜੋ, ਕੀਵਰਡਸ ਨੂੰ ਮਾਰਕ ਕਰੋ। At this time you should underline keywords to understand the paragraph by abstracting important information from it. ਤੁਸੀਂ ਕੀਵਰਡਸ ਪੜ੍ਹ ਰਹੇ ਹੋ, ਠੀਕ ਹੈ, ਉਹਦੇ ਅੰਡਰਲਾਈਨ ਕਰੋ ਇੰਪੋਰਟੈਂਟ ਪੈਰਾਗ੍ਰਾਫਸ ਨੂੰ। ਕਿਸ ਤਰ੍ਹਾਂ ਕਰੋਗੇ? ਐਟ ਦ ਟਾਈਮ ਯੂ ਸ਼ੁਡ ਅੰਡਰਲਾਈਨ ਕੀਵਰਡਸ ਟੂ ਅੰਡਰਸਟੈਂਡ ਪੈਰਾਗ੍ਰਾਫ ਬਾਈ ਐਬਸਟਰੈਕਟਿੰਗ ਇਨਫੋਰਮੇਸ਼ਨ। ਐਬਸਟਰੈਕਟ ਕੀ ਹੁੰਦਾ? ਕੱਢਣਾ। ਐਬਸਟਰੈਕਟ ਕੀ ਹੁੰਦਾ? ਕੱਢਣਾ। ਤੁਸੀਂ ਅੰਡਰਲਾਈਨ ਕਰੋਗੇ ਕੀਵਰਡਸ ਨੂੰ, ਫਿਰ ਉਹਦੀ ਇੰਪੋਰਟੈਂਟ ਇਨਫੋਰਮੇਸ਼ਨ ਨੂੰ ਐਬਸਟਰੈਕਟ ਕਰੋਗੇ, ਕੱਢੋਗੇ। ਯੂ ਕੈਨ ਡੈਫੀਨੇਟਲੀ ਅੰਡਰਲਾਈਨ ਸਮ ਕੀਵਰਡਸ ਸੱਚ ਐਜ਼ ਨੇਮ, ਲੋਕੇਸ਼ਨ, ਫੈਕਟਸ ਐਂਡ ਫਿਗਰਸ। ਤੁਹਾਡੇ ਕੀਵਰਡਸ ਕੀ ਹੋਣਗੇ? ਨੇਮ, ਠੀਕ ਹੈ, ਰਿਸਰਚ ਜਿਹੜੇ ਬੱਚੇ ਕਰ ਰਹੇ ਨੇ, ਮੇਰੇ ਵਰਗੇ ਜਿਹੜੇ ਰਿਸਰਚ ਮੈਥੋਡੋਲੋਜੀਜ਼ ਕਰਦੇ ਨੇ, ਨੇਮ। ਉਹਦੇ ਇਲਾਵਾ ਲੋਕੇਸ਼ਨ, ਦੈਨ ਫੈਕਟਸ ਐਂਡ ਫਿਗਰਸ, ਇਜ਼ ਇਟ ਅ ਟਰੂਥ ਔਰ ਅ ਮਿਥ, ਠੀਕ ਹੈ। ਫਿਗਰਸ ਕੀ ਹੁੰਦੀਆਂ ਨੇ? ਇਹ ਵਾਲੀ ਤੁਹਾਡੀ ਜਿਸ ਤਰ੍ਹਾਂ ਕਈ ਵਾਰੀ ਵਰਡਸ ਰਾਈਟਰਸ ਦੇ ਨਾਮ ਲਿਖੇ ਹੁੰਦੇ ਬ੍ਰੈਕਟ ਦੇ ਵਿੱਚ, ਇਟ ਆਰ ਟੂਲ 2016 ਕੋਈ ਫ੍ਰੈਂਚ ਰਾਈਟਰ, ਠੀਕ ਹੈ, ਜਾਂ ਡਾਰਵਿਨ 2019 ਲਿਖੇ ਹੁੰਦੇ ਨਾ ਬੁੱਕਸ 'ਚ। ਸੋ ਉਹਨੇ ਉਹਦਾ ਨਾਮ ਬ੍ਰੈਕਟ 'ਚ ਦਿੱਤਾ ਤੇ ਕਿਹੜੇ ਸਾਲ 'ਚ ਉਹਨੇ ਕੀ ਫਾਈਂਡ ਆਊਟ ਕੀਤਾ, ਠੀਕ ਹੈ। ਤਾਂ ਫੈਕਟਸ ਐਂਡ ਫਿਗਰਸ ਸੋ ਦੈਟ ਯੂ ਕੈਨ ਰਿਸਰਚ ਇਟ। ਅਸੀਂ ਤੁਹਾਨੂੰ ਐਗਜ਼ਾਮਪਲ ਦਿੱਤਾ ਸੀਗਾ ਐਲਪੀਯੂ ਦੇ ਸਟੂਡੈਂਟਸ ਨੂੰ ਕਿ ਤੁਹਾਡਾ ਐਲਪੀਯੂ ਵਾਲਾ ਡਿਸਟੈਂਸ ਐਜੂਕੇਸ਼ਨ ਐਜ਼ ਵੈਲ ਐਜ਼ ਰੈਗੂਲਰ ਕਾਲਜ ਇਜ਼ ਦ ਸੇਮ। ਤੁਹਾਨੂੰ ਕੱਲ੍ਹ ਨੂੰ ਜੌਬ ਮਾਰਕੀਟ 'ਚ ਕੋਈ ਡਿਫੀਕਲਟੀ ਨਹੀਂ ਆਏਗੀ। ਦੈਟ ਇਜ਼ ਰੈਕਗਨਾਈਜ਼ਡ ਐਜ਼ ਸੇਮ ਬਾय ਦ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ। ਯੂ ਕੈਨ ਚੈੱਕ ਇਟ ਆਊਟ ਔਨ ਦ UGC ਵੈਬਸਾਈਟ। UGC ਦੀ ਫੁੱਲ ਫਾਰਮ ਹੈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਠੀਕ ਹੈ ਨਾ। ਉਹ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਬਿਕੋਜ਼ ਵੀ ਹੈਵ ਟੋਲਡ ਯੂ ਐਜ਼ ਅ ਫੈਕਟ, ਠੀਕ ਹੈ। ਇਹ ਤੁਹਾਨੂੰ ਐਗਜ਼ਾਮਪਲ ਦਿੱਤੀ। ਨੈਕਸਟ ਇਜ਼ ਫॉर एग्जांपल ਇਹ ਦੇਖੋ, ਨੇਮ, ਲੋਕੇਸ਼ਨ, ਈਅਰ, ਫਿਗਰਸ। You may mark any word or phrase which is capitalized. Example is title of books, event name, etc. समझ आया बच्चे इधर? So what is the reason? The reason behind highlighting these keywords is finding easy reference. अगर ਤੁਸੀਂ ਕਿਸੇ ਚੀਜ਼ ਨੂੰ ਹਾਈਲਾਈਟ ਕਰ ਲੈਂਦੇ ਹੋ, ਤੁਹਾਡੇ ਕੋਲ ਹਾਈਲਾਈਟਰ ਜਾਂ ਪੈਨਸਿਲਸ ਨੇ, ਉਹ ਕਿਉਂ ਹਾਈਲਾਈਟ ਕਰਦੇ ਹੋ? So that ਤੁਹਾਨੂੰ ਉਹਦੀ ਲੋਕੇਸ਼ਨ ਜਿਹੜੀ ਈਜ਼ੀਲੀ ਮਿਲ ਜਾਏ from the passage. If you have a question referring to the year, just 1978, it would be easy for you to locate in the passage. अगर पहले ही तुसी बुक से 1978 ਨੂੰ ਹਾਈਲਾਈਟ ਕਰਤਾ, ਮਾਰਕ ਕਰਤਾ, ਦੁਬਾਰਾ ਜਦੋਂ ਤੁਸੀਂ ਉਸ ਪੇਜ ਤੇ ਆਉਂਦੇ ਹੋ ਤੁਹਾਡਾ ਉੱਥੇ ਧਿਆਨ ਪੈਂਦਾ ਯੈਲੋ ਮਾਰਕਰ ਜਿਹੜਾ ਕੀਤਾ ਹਾਈਲਾਈਟ, ਤੁਸੀਂ ਉਸ ਚੀਜ਼ ਨੂੰ ਫਿਰ ਯਾਦ ਆ ਜਾਂਦਾ। ਕਿਉਂ? ਕਿਉਂਕਿ ਤੁਸੀਂ ਪਹਿਲਾਂ ਈਜ਼ੀਲੀ ਲੋਕੇਟ ਕਰ ਲੈਂਦੇ ਹੋ ਪੈਸੇਜ 'ਚ। If you have already underlined it while reading the passage, otherwise you would need to read the whole passage to find where 1978 is mentioned and hence it would consume your whole time. ਸਹੀ ਗੱਲ ਹੈ। ਅਗਰ ਪਹਿਲਾਂ ਹੀ ਤੁਸੀਂ ਪੈਸੇਜ ਦੇ ਵਿੱਚ ਅੰਡਰਲਾਈਨ ਮਾਰਕ ਕਰ ਲਓ 4-5 ਚੀਜ਼ਾਂ ਜਿਹੜੀ ਤੁਹਾਡੇ ਕੀਵਰਡਸ ਨੇ, ਇੰਪੋਰਟੈਂਟ ਨੇ, ਨੇਮ, ਪਲੇਸ, ਟਾਈਟਲ, ਹੈਡਿੰਗਸ, ਲੋਕੇਸ਼ਨ, ਈਅਰਸ, ਤੇ ਜਦੋਂ ਤੁਸੀਂ ਦੁਬਾਰਾ ਉਹਨੂੰ ਰੀਡ ਕਰਨਾ ਹੈ ਤੇ ਈਜ਼ੀਲੀ ਕਰ ਲਓਗੇ ਈਵਨ ਫਰਮ ਯੋਰ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ। ਅਗਰ ਉਹ ਚੀਜ਼ ਮਾਰਕ ਹੀ ਨਹੀਂ ਕੀਤੀ ਤਾਂ ਕੀ ਹੋਏਗਾ? ਤੁਹਾਨੂੰ ਫਿਰ ਤੋਂ ਪੂਰਾ ਪੈਸੇਜ ਪੜ੍ਹਨਾ ਪਏਗਾ ਇਹੀ ਇੱਕ ਡੇਟ ਲੱਭਣ ਨੂੰ, ਜਿਹਦੇ ਵਿੱਚ ਤੁਹਾਡਾ ਸਾਰਾ ਟਾਈਮ ਵੀ ਜਾਏਗਾ, ਐਨਰਜੀ ਵੀ ਜਾਏਗੀ, ਅੱਗੇ ਜਿਹੜਾ ਪੜ੍ਹਨਾ ਸੀ ਉਹਦੇ ਵਿੱਚ ਵੀ ਟਾਈਮ ਲੈਗਿੰਗ ਹੋ ਜਾਏਗਾ, ਠੀਕ ਹੈ। ਨੈਕਸਟ ਇਜ਼ ਨਾਓ ਵਾਟ ਆਰ ਦ 8 comprehensive strategies. Make connection, naturally connect what you read and what you already know. ਜਿਹੜੀ ਚੀਜ਼ ਤੁਸੀਂ ਪਹਿਲਾਂ ਪੜ੍ਹੀ ਹੈ ਉਹਨੂੰ ਵੀ ਰੀਡ ਕਰੋ, what you already know. So connect what you read. ਪਹਿਲਾਂ ਜਿਹੜੀ ਚੀਜ਼ ਤੁਸੀਂ ਰੀਡ ਕਰ ਰਹੇ ਹੋ ਉਹਨੂੰ ਕਨੈਕਟ ਕਰਨਾ and with already ਜਿਹੜੀ ਚੀਜ਼ ਤੁਹਾਨੂੰ ਪਤਾ ਹੈ ਉਹਦੇ ਨਾਲ। Infer, use your own scheme and clues from the book, understand what you read. ਸਿਰਫ ਮੈਂ ਹੀ ਜੋ ਕੁਝ ਕਹਿ ਰਹੀ ਹਾਂ ਉਹ ਨਹੀਂ, ਆਪਣੀ ਵੀ ਸਕੀਮ, ਆਪਣਾ ਵੀ ਦਿਮਾਗ ਲਗਾਓ, ਠੀਕ ਹੈ। ਇਹ ਨਹੀਂ ਕਿ ਮੈਡਮ ਨੇ ਤੇ ਉਹ 2-4 ਐਗਜ਼ਾਮਪਲ ਇਹਨੂੰ ਵਿਚਾਰੀ ਕੁੜੀ ਨੂੰ ਫੇਮਸ ਕਰ ਦਿਓ, ਨੋ, ਆਪਣਾ ਦਿਮਾਗ ਲਗਾ ਕੇ ਵੀ ਤੁਸੀਂ ਕਰ ਸਕਦੇ ਹੋ। ਕ੍ਰੀਏਟ ਇਮੇजेस, ਉਹ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ, ਪਿਕਚਰਾਈਜ਼, ਵਿਜ਼ੂਅਲਾਈਜ਼, ਕ੍ਰੀਏਟ ਇਮੇਜ। ਮੈਂ ਕੀ ਕਰਦੀ ਹੈ, ਜੋ ਕੁਝ ਜਿਸ ਤਰ੍ਹਾਂ ਕੋਈ ਗੱਲ ਕਰ ਰਿਹਾ ਮੇਰੇ ਨਾਲ, ਸਪੋਜ਼ ਤੁਸੀਂ ਸਿੰਪਲੀ ਕੋਈ ਦੱਸ ਰਹੇ ਹੋ ਕਿ ਅਸੀਂ ਦੋਨੋਂ ਮਾਰਕੀਟ ਗਏ ਸੀ, ਅਸੀਂ ਇਹ ਕੀਤਾ, ਮੈਂ ਉਸ ਚੀਜ਼ ਨੂੰ ਇਮੇਜਿਨ ਕਰਨ ਬਹਿ ਜਾਂਦੀ। ਆਈ ਪਿਕਚਰਾਈਜ਼ ਇਟ in my brain, so I remember things. Otherwise at this age people forget. I remember it because I picturize it. So create image in your mind as you read. Whenever you are reading any type of text, create that picture in your mind.
ਆਸਕ ਕੁਐਸਚਨਸ ਟੂ ਹੈਲਪ ਅੰਡਰਸਟੈਂਡ। ਠੀਕ ਹੈ, ਆਪਣੇ ਟੀਚਰਸ ਨੂੰ, ਆਪਣੇ ਗਾਈਡ ਨੂੰ, ਜਿਹਨੂੰ ਵੀ ਤੁਸੀਂ ਪੁੱਛਦੇ ਹੋ, ਟੀਚਰਸ ਨੂੰ ਜਾਂ ਵਾਟ ਐਵਰ ਯੂ ਥਿੰਗ ਇਜ਼, ਯੂ ਸ਼ੁਡ ਆਸਕ ਕੁਐਸਚਨ ਤਾਂ ਕਿ ਤੁਹਾਨੂੰ ਸਮਝ ਆਏ। ਐ ਨਹੀਂ ਹੈ ਮੈਂ ਨਹੀਂ ਪੁੱਛਣਾ ਬਾਕੀ ਹੱਸਣਗੇ, ਕਿਉਂ, ਬਾਕੀ ਵੀ ਤੁਹਾਡੇ ਵਰਗੇ ਹੀ ਨੇ। ਠੀਕ ਹੈ। ਨੈਕਸਟ ਇਜ਼ ਡਿਟਰਮਿਨ ਇੰਪੋਰਟੈਂਸ। ਥਿੰਕ ਅਬਾਊਟ ਦ ਮੋਸਟ ਇੰਪੋਰਟੈਂਟ ਆਈਡੀਆ। ਕੋਈ ਆਈਡੀਆ ਅਗਰ ਹੈਗਾ, ਮੋਸਟ ਇੰਪੋਰਟੈਂਟ ਆਈਡੀਆ ਕਿਹੜਾ ਹੈਗਾ ਉਹਨੂੰ ਥਿੰਕ ਕਰੋ, ਉਹਨੂੰ ਕਰੋ। ਮੇਰੀ ਐਗਜ਼ਾਮਪਲਸ ਨਾਲ ਨਾ ਚਲੋ, ਆਪਣੇ ਐਗਜ਼ਾਮਪਲ ਸੈੱਟ ਕਰੋ। ਸਿੰਥੇਸਾਈਜ਼, ਬ੍ਰਿੰਗ ਆਈਡੀਆਜ਼ ਟੁਗੇਦਰ ਐਂਡ ਮੇਕ ਅ ਨਿਊ ਆਈਡੀਆਜ਼। 4-5 ਆਈਡੀਆਜ਼ ਇਕੱਠੇ ਕ੍ਰੀਏਟ ਕਰਕੇ ਨया ਬਣਾਓ। ਮੋਨੀਟਰ ਅੰਡਰਸਟੈਂਡਿੰਗ, ਚੈੱਕ ਟੂ ਮੇਕ ਸ਼ੋਰ ਯੂ ਆਰ ਅੰਡਰਸਟੈਂਡਿੰਗ ਵਾਟ ਯੂ ਰੀਡ। ਐ ਨਹੀਂ ਬਸ ਆਪਾਂ ਤੋਤੇ ਦੀ ਤਰ੍ਹਾਂ ਰੱਟੇ ਲਗਾਣੇ, ਰੱਟਾਫਿਕੇਸ਼ਨ ਭੁੱਲ ਜਾਂਦੇ ਹੋ। ਰੱਟਾਫਿਕੇਸ਼ਨ ਕਦੀ ਕੰਮ ਨਹੀਂ ਆਉਂਦਾ। ਸੋ ਚੈੱਕ ਟੂ ਮੇਕ ਸ਼ੋਰ ਯੂ ਆਰ ਅੰਡਰਸਟੈਂਡਿੰਗ ਵਾਟ ਯੂ ਰੀਡ। ਜੋ ਕੁਝ ਤੁਸੀਂ ਪੜ੍ਹ ਰਹੇ ਹੋ, ਆਪਾਂ ਸ਼ੋਰ ਹੋਈਏ ਕਿ ਅਸੀਂ ਅੰਡਰਸਟੈਂਡ ਵੀ ਕਰ ਰਹੇ ਹਾਂ ਕਿ ਨਹੀਂ, ਕਿ ਬਸ ਉੱਤੋਂ ਹੀ ਰੱਟੇ ਲਗਾਈ ਜਾ ਰਹੇ ਹਾਂ। use fix up strategies, use strategies when you get stuck in a word। ਮੈਂ ਇਸ ਤਰ੍ਹਾਂ ਕਰਦੀ ਹੁੰਦੀ ਸੀ, ਇਹ ਆਪਣੀ 5 ਉਂਗਲਾਂ ਨੇ। ਠੀਕ ਹੈ, ਮੈਨੂੰ ਜਿਸ ਤਰ੍ਹਾਂ ਫॉर ਐਗਜ਼ਾਮਪਲ ਮੰਡੇ ਟਿਊਜ਼ਡੇ ਯਾਦ ਨਹੀਂ ਰਹਿੰਦਾ, ਤੇ ਮੰਡੇ ਟਿਊਜ਼ਡੇ 1 2 3 4 5 6 ਇਸ ਤਰ੍ਹਾਂ ਲਿਖ ਲੈਣਾ। ਇਹਦੇ ਵਿੱਚ ਕੁਝ ਲਿਖ ਲੈਣਾ ਜਿਹੜੇ ਕਲੂਜ਼ ਐਂਡ ਹਿੰਟਸ ਬਣਾਏ। ਪੇਪਰ ਦੇ ਵਿੱਚ ਨਾ ਕਰਕੇ ਜਾਣਾ, ਕਿਉਂਕਿ ਤਾਂ ਮੈਡਮ ਨੇ ਕਿਹਾ ਸੀਗਾ। ਠੀਕ ਹੈ, ਨੋ, ਔਨ ਯੋਰ ਓਨ ਹੈਂਡ, ਸਪੈਸ਼ਲੀ ਰਾਈਟ ਹੈਂਡ। ਸਿਰਫ ਰਾਈਟ ਹੈਂਡ ਨਹੀਂ ਮੈਂ ਕਹਾਂਗੀ, ਸਪੈਸ਼ਲੀ ਕਈ ਬੱਚੇ ਅਗਰ ਲੈਫਟ ਹੀ ਨਹੀਂ ਕੋਈ ਬੱਚਾ ਹੋ ਗਿਆ, ਮੈਡਮ ਨੇ ਤਾਂ ਰਾਈਟ ਹੈਂਡ ਕਿਹਾ ਸੀ, ਮੈਂ ਤਾਂ ਲੈਫਟ ਨਾਲ ਲਿਖਦਾ। ਠੀਕ ਹੈ, ਸੋ ਉਹਦੇ ਨਾਲ ਤੁਸੀਂ ਆਪਣਾ ਪੜ੍ਹ ਕੇ ਦੇਖੋ, ਬਹੁਤ ਕੰਮ ਆਉਂਦਾ ਹੈ। ਰੀਡਿੰਗ ਕੰਪਰੀਹੈਂਸ਼ਨ ਸਟ੍ਰੈਟਜੀਜ਼, ਪਹਿਲਾਂ ਵੀ ਤੁਹਾਨੂੰ ਕਿਹਾ ਸੀ, ਰੀਡ ਦ ਟੈਕਸਟ, ਮੋਰ ਇਨਫੋਰਮੇਸ਼ਨ ਮੋਰ ਅੰਡਰਸਟੈਂਡਿੰਗ। ਬਾਰ-ਬਾਰ ਜਦੋਂ ਤੁਸੀਂ ਆਪਣਾ ਟੈਕਸਟ ਪੜ੍ਹਦੇ ਹੋ, ਨਿਊ ਇਨਫੋਰਮੇਸ਼ਨ ਮਿਲਦੀ ਹੈ, ਤਾਂ ਨਈ ਅੰਡਰਸਟੈਂਡਿੰਗ ਆਉਂਦੀ। ਐਕਟੀਵੇਟ ਪ੍ਰਾਇਰ ਨੌਲੇਜ, ਨੈਚੁਰਲੀ ਵਾਟ ਡੂ ਆਈ ਆਲਰੇਡੀ ਨੋ ਇਨ ਦਿਸ। ਆਪਣੀ ਪ੍ਰਾਇਰ ਨੌਲੇਜ, ਪੁਰਾਣੀ ਨੌਲੇਜ ਨੂੰ ਐਕਟੀਵੇਟ ਕਰੋ। ਪ੍ਰਾਇਰ ਮੀਨਸ ਪਹਿਲਾਂ ਤੋਂ ਪੜ੍ਹਿਆ ਹੋਇਆ, ਤੁਹਾਨੂੰ ਪਿਛਲੇ ਸਮੈਸਟਰ ਦਾ ਯਾਦ ਨਹੀਂ ਹੁੰਦਾ, ਕੀ ਯਾਦ ਹੋਏਗਾ। ਯੂਜ਼ ਕੰਟੈਕਸਟ ਕਲੂਜ਼ ਹੈਂਡ। ਠੀਕ ਹੈ, ਕੰਟੈਕਸਟ ਕਲੂਜ਼ ਕੁਝ ਵੀ ਆਪਣਾ ਯਾਦ ਰੱਖੋ। ਇਨਫਰ ਮੀਨਿੰਗ, ਰੀਡ ਬਿਟਵੀਨ ਦ ਲਾਈਨਸ। ਪਹਿਲਾਂ ਵੀ ਤੁਹਾਨੂੰ ਇਹ ਗੱਲ ਪਿਛਲੇ ਸਮੈਸਟਰ ਦੀ, ਰੀਡ, ਰੀਡ, ਸਕਿਮਿੰਗ, ਸਕੈਮਿੰਗ। ਰੀਡ ਬਿਟਵੀਨ ਦ ਲਾਈਨਸ, ਕੀ ਕਹਿਣਾ ਚਾਹ ਰਹੇ, ਲਾਈਨਸ ਨੂੰ ਪੜ੍ਹੋ ਬਾਰ-ਬਾਰ। ਥਿੰਕ ਅਲਾਊਡ, ਟਾਕ ਥਰੂ ਇਟ। ਮਿਰਰ ਇਮੇਜ ਕਹਿੰਦੀ ਸੀ ਨਾ ਮੈਂ ਪਿਛਲੀ ਵਾਰੀ, ਕੈਮਰਾ, ਮਿਰਰ ਇਮੇਜ, ਟਾਕ ਥਰੂ ਇਟ। ਆਈ ਡੂ ਦਿਸ। ਤੁਹਾਡਾ ਕੱਲ ਇਹ ਵਾਲਾ ਨਹੀਂ, ਮੈਂ 3rd ਚੈਪਟਰ ਦੇ ਹਿਸਾਬ ਨਾਲ ਕੀਤਾ ਸੀਗਾ, ਤੇ ਮੈਂ ਆਪਣੇ ਆਪ ਉਹ ਬੋਲ ਕੇ ਕਰਦੀ ਹਾਂ ਪ੍ਰੈਕਟਿਸ, ਸੋ ਦੈਟ ਉਹ ਨਹੀਂ ਟਾਈਮ ਘੰਟਾ 2 ਘੰਟੇ, ਸੋ ਦੈਟ ਆਈ ਥਿੰਕ ਦ ਸਟੂਡੈਂਟਸ ਮੇਰੇ ਅੱਗੇ ਬੈਠੇ। ਉਹਦੇ ਨਾਲ ਕੀ ਹੁੰਦਾ, ਮੈਂ ਫੇਸ ਕਰ ਸਕਦੀ ਹਾਂ। ਇਹ ਮੇਰਾ ਫਾਰਮੂਲਾ ਹੈ, ਤੁਹਾਡਾ ਆਪਣਾ ਹੋਏਗਾ। ਸਮਰਾਈਜ਼ ਦ ਸਟੋਰੀ, ਕੈਰੈਕਟਰਸ, ਸੈਟਿੰਗ, ਪ੍ਰੋਬਲਮ, ਸੋਲਿਊਸ਼ਨ। ਕੈਰੈਕਟਰ ਕੀ ਸੀਗਾ, ਉਹਦੀ ਕੀ ਸੈਟਿੰਗ ਸੀ, ਕੀ ਪ੍ਰੋਬਲਮ ਸੀ, ਤੇ ਬਾਅਦ 'ਚ ਉਹਨਾਂ ਨੇ ਕੀ ਸੋਲਿਊਸ਼ਨ ਕੱਢੇ। Find keywords in the reading question. In this process, scanning, that is locating answer of the question, you will first need to read the question carefully to find important keywords as you mark at the same time to understand meaning. Keywords ਪਹਿਲਾਂ ਵੀ ਤੁਹਾਨੂੰ ਦੱਸੇ ਸੀਗੇ ਕਿ keywords ਨੂੰ ਮਾਰਕ ਕਰੋ, ਅੰਡਰਲਾਈਨ ਕਰੋ। ਕੀ ਹੋਏਗਾ ਉਹਦੇ ਨਾਲ, ਤੁਹਾਡੇ ਅੱਗੇ ਮੀਨਿੰਗਸ ਕਲੀਅਰ ਹੋਣਗੇ, ਤੁਹਾਨੂੰ ਪਤਾ ਚੱਲਦਾ ਰਹੇਗਾ ਅੱਛਾ ਇਸ ਲਾਈਨ ਦਾ ਇਹ ਮਤਲਬ ਸੀਗਾ। To understand the meaning, keywords you underline are usually nouns, group of noun, verb, except articles. Articles ਕਿਹੜੇ ਹੁੰਦੇ ਨੇ, a, and ਤੇ the। ਠੀਕ ਹੈ, ਆਪਾਂ ਪਿਛਲੇ ਸਮੈਸਟਰ ਆਰਟੀਕਲਸ ਕੀਤੇ ਸੀਗੇ। ਪ੍ਰੈਪੋਜੀਸ਼ਨਸ ਕਿਹੜੀਆਂ ਹੁੰਦੀਆਂ ਨੇ, for, in, at। ਠੀਕ ਹੈ, ਤੇ ਉਹਦੇ ਇਲਾਵਾ ਨਾਊਨਸ, ਗਰੁੱਪ ਆਫ ਨਾਊਨਸ, ਵਰਬਸ ਨੂੰ ਅੰਡਰਲਾਈਨ ਕਰੋ, ਹੈਲਪਿੰਗ ਵਰਬਸ ਨੂੰ ਅੰਡਰਲਾਈਨ ਕਰੋ। ਇੱਕ ਤਾਂ ਤੁਹਾਡੀ ਗ੍ਰਾਮੈਟੀਕਲ ਪ੍ਰੋਬਲਮ ਸੋਲਵ ਹੁੰਦੀਆਂ ਰਹੇਗੀ ਸਾਈਡ ਬਾਈ ਸਾਈਡ, ਦੂਜਾ ਤੁਹਾਡੀ ਕਨਵਰਸੇਸ਼ਨ ਵਧੇਗੀ। An extremely important strategy of underlining keyword is to identify the focus of question, in especially MCQ, multiple choice questions। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਇੰਪੋਰਟੈਂਟ ਸਟ੍ਰੈਟਜੀ ਕੀ ਹੁੰਦੀ ਹੈ, ਅੰਡਰਲਾਈਨ ਕੀਵਰਡਸ। ਉਹਦੇ ਨਾਲ ਕੀ ਹੁੰਦਾ, ਤੁਹਾਡਾ ਫੋਕਸ ਬਣਦਾ ਕਿਹੋ ਜਿਹੇ ਕੁਐਸਚਨਸ ਦੇ ਉੱਤੇ, ਤੁਹਾਡੇ MCQs ਦੇ ਉੱਤੇ। ਮੋਸਟਲੀ ਮੇਰੇ ਕੋਲ ਬੱਚੇ ਇਹੀ ਪ੍ਰੋਬਲਮ ਲੈ ਕੇ ਆਉਂਦੇ ਨੇ। ਤੁਹਾਡੀ ਕਲਾਸ ਵਿੱਚ ਕਦੀ ਕਿਸੇ ਨੇ ਫੋਨ ਨਹੀਂ ਕੀਤਾ, ਬਾਕੀ ਮੇਰੇ ਹੈਗੇ ਨੇ ਕਈ LP ਦੇ ਬੱਚੇ ਫੋਨ ਕਰਕੇ, ਐ ਮੈਂ MCQ ਚੜ ਗਈ ਹੈ ਮੈਡਮ, ਹੁਣੇ ਵੀਡੀਓ ਕਾਲ ਕਰਕੇ ਸਮਝਾਓ। ਠੀਕ ਹੈ, ਸਾਡੇ ਕੋਲ ਨੰਬਰ ਹੀ ਨਹੀਂ ਹੈ ਤੁਹਾਡੇ ਉਹ ਬੋਰਡ ਦੇ ਉੱਤੇ ਐਡਾ ਵੱਡਾ ਮੇਰਾ ਨੰਬਰ ਛਪਿਆ ਹੋਇਆ, ਥੱਲੇ ਪੋਸਟਰ ਵੀ ਲੱਗਿਆ ਐਡਾ ਵੱਡਾ। ਸੈਕਿੰਡ ਨੰਬਰ ਕਿਹਦਾ, ਹੁਣ ਫਿਰ ਅਸੀਂ ਵੀ ਪਰੇਸ਼ਾਨ ਕਰਾਂਗੇ। ਠੀਕ ਹੈ, ਫੋਕਸ, ਮੈਨੂੰ ਕੋਈ ਪ੍ਰੋਬਲਮ ਨਹੀਂ, ਜਿਹੜਾ ਬੱਚਾ ਮਰਜ਼ੀ ਕੋਈ, ਆਈ ਨੈਵਰ ਹੈਵ ਐਨੀ ਪ੍ਰੋਬਲਮ। ਮੇਰੇ ਕਈ ਬੱਚੇ ਨੇ ਬਾਹਰ ਜਾ ਚੁੱਕੇ ਨੇ, ਉਹ ਵੀ ਮੈਨੂੰ ਹੁਣ ਵੀ ਕੁਝ ਨਾ ਕੁਝ ਪੁੱਛਦੇ ਰਹਿੰਦੇ। ਫੋਕਸ ਔਨ ਸਟੈਮ ਆਫ ਦ ਕੁਐਸਚਨ ਇਜ਼ ਅ ਵਰਡ ਇਨ ਦ ਕੁਐਸਚਨ ਦੈਟ ਵਿਲ ਹੈਲਪ ਯੂ ਟੂ ਚੂਜ਼ ਦ ਰਾਈਟ ਆਪਸ਼ਨ। ਜਦੋਂ ਤੁਸੀਂ ਕੁਐਸਚਨ ਦੀ ਸਟੈਮ, ਵਾਟ ਇਜ਼ ਦ ਸਟੈਮ, ਸਟੈਮ ਕੀ ਹੁੰਦਾ ਹੈ,
ਇੱਕ ਤੇ ਹੁੰਦਾ ਰੂਟ, ਇੱਕ ਹੁੰਦਾ ਸਟੈਮ। ਹਾਂਜੀ ਵਿਸ਼ਾਲ, ਵਾਟ ਇਜ਼ ਦ ਸਟੈਮ? ਰੂਟ ਕੀ ਹੁੰਦਾ? ਜੜ। ਸਟੈਮ ਕੀ ਹੁੰਦਾ ਹੈ? ਉਹਦੀ ਡੰਡੀ। ਠੀਕ ਹੈ, ਅਗਰ ਫੁੱਲ ਹੋਵੇ ਤੇ ਇੱਥੇ ਕੀ ਹੈਗਾ? ਫੋਕਸ on the stem of a question, a word in the question that will help you to choose the right option। ਤੁਸੀਂ ਜਿਹੜਾ ਕੁਐਸਚਨ ਹੈ ਉਹਦੀ ਜੜ ਨੂੰ ਪੜੋ, ਉਹਦੇ ਬਾਅਦ ਜੜ ਦੇ ਬਾਅਦ ਰੂਟ ਦੇ ਬਾਅਦ ਸਟੈਮ ਤੱਕ ਆਓ, ਡੰਡੀ ਦੇ, ਫੁੱਲ ਦੀ ਡੰਡੀ, ਤਾਂ ਕਿ ਤੁਹਾਨੂੰ ਪਤਾ ਲੱਗੇ ਕੁਐਸਚਨ ਕਿਸ ਤਰ੍ਹਾਂ ਫਾਰਮੂਲੇਟ ਹੋ ਰਿਹਾ ਹੈ। ਹੈਲਪ ਯੂ ਟੂ ਚੂਜ਼ ਦਾ ਰਾਈਟ ਆਪਸ਼ਨ। ਫਿਰ ਤੁਹਾਨੂੰ ਆਪਸ਼ਨਸ ਪਤਾ ਲੱਗਣਗੇ, ਅੱਛਾ ਇਹਦਾ ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ। ਫॉर एग्जांपल फोकस ऑन स्टेम इज हाईलाइटेड इन द फॉलोइंग क्वेश्चंस। कुछ क्वेश्चंस ਦਿੱਤੇ ਨੇ, ਇਹ ਥੱਲੇ ਦਿੱਤੇ ਨੇ। which of the following is most at fault in the Titanic disaster? The ship, captain and crew, Titanic's owner or builder, standard operating procedure। ਠੀਕ ਹੈ, ਕੁਐਸਚਨ ਦਿੱਤਾ ਹੋਇਆ ਹੈ ਕਿ ਇਹਦੇ ਵਿੱਚੋਂ ਦੱਸੋ ਸਭ ਤੋਂ ਜ਼ਿਆਦਾ ਟਾਈਟੈਨਿਕ ਦੇ ਡਿਜ਼ਾਸਟਰ ਲਈ ਕੌਣ ਸੀਗਾ ਫਾਲਟ ਤੇ? ਸ਼ਿਪ, ਜਹਾਜ਼ ਆਪ ਸੀਗਾ, ਕੈਪਟਨ ਜਹਾਜ਼ ਦਾ ਕੈਪਟਨ ਜਾਂ ਕਰੂ, ਜਿਹੜੇ ਕਰੂ ਮੈਂਬਰ ਸੀਗੇ, ਟਾਈਟੈਨਿਕ ਦੇ ਓਨਰ ਜਾਂ ਬਿਲਡਰ, ਜਾਂ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ। ਠੀਕ ਹੈ, ਇਹ ਦੇਖੋ ਆਪਸ਼ਨਸ ਦਿੱਤੀਆਂ ਨੇ, ਹੁਣ ਤੁਸੀਂ ਉਹਦੇ ਬਾਰੇ ਸੋਚ ਕੇ ਆਨਸਰ ਦੇ ਸਕਦੇ ਹੋ। Next is sometimes your keywords are synonyms or similar words, not the exact keywords given in the passage, and hence you can try to understand its meaning to relate as well as the right paragraph. However, the nearby words or paraphrasing skill will help you to understand meaning। ਕਈ ਵਾਰੀ ਤੁਹਾਡੇ ਪੈਸੇਜ ਵਿੱਚ synonyms ਦਿੱਤੇ ਹੁੰਦੇ ਨੇ। what are synonyms? similar words, ਜਿਨ੍ਹਾਂ ਨੂੰ ਤੁਸੀਂ ਕਈ ਬੱਚੇ ਬੋਲਦੇ ਨੇ synonyms, ਬੋਲਦੇ ਹੋ ਨਾ, but it is synonyms, it is not synonym, it's synonyms। that is similar meaning to that exact word, so you should focus on that part also so that your understanding is clear। Understood? Now what is reading strategies? पहली चीज होती है thought identifier। what is thought identifier? Thought identifier is the word that help identifying tone of the sentence, it is also called conjunctions। ਉਹੀ ਗੱਲ ਜਿਹੜੀ ਮੈਂ ਪਹਿਲਾਂ ਕਹੀ ਸੀ, ਟੋਨ ਆਫ ਅ ਸੈਂਟੈਂਸ, ਇੱਕ ਸੈਂਟੈਂਸ ਬੋਲਣ ਦੀ, ਲਿਖਣ ਦੀ ਤਰੀਕਾ ਤੇ ਉਹਦੀ ਟੋਨ। ਠੀਕ ਹੈ, ਥਾਟ ਐਕਸਟੈਂਡਰਸ ਐਂਡ ਥਾਟ ਰਿਹਰਸਲਸ। what is thought extender? Thought extender, a word that extend the tone of a previous sentence, that is if the tone of the first part of the sentence is positive, then the tone of the sentence after thought extender will also be positive। similarly for the, ਉਹੀ ਗੱਲ ਆ ਗਈ, ਅਗਰ ਸੈਂਟੈਂਸ ਦਾ ਪਹਿਲਾ ਅੱਖਰ ਹੀ ਤੁਸੀਂ ਪੋਜ਼ਿਟਿਵਲੀ ਬੋਲਾ ਤੇ ਜਿਹੜਾ ਤੁਹਾਡਾ ਰਿਸੈਪਟਰ ਹੈ, ਵਾਟ ਇਜ਼ ਰਿਸੈਪਟਰ? ਜਿਹੜਾ ਰਿਸੀਵ ਕਰ ਰਿਹਾ, ਜਿਹੜਾ ਇਹਨੇ ਬੋਲਿਆ ਤੇ ਮੈਂ ਰਿਸੀਵ ਕਰ ਰਹੀ, ਸੁਣ ਰਹੀ ਹਾਂ, ਉਹਦੇ ਪੂਰਾ ਪੋਜ਼ਿਟਿਵ ਰਹੇਗਾ। ਪਹਿਲਾ ਵਰਡ ਹੀ ਨੈਗੇਟਿਵ ਬੋਲਦਾ ਤਾਂ ਉਹਨੇ ਕਿਵੇਂ ਪੋਜ਼ਿਟਿਵ ਸੋਚ ਲੈਣਾ? ਤੁਹਾਨੂੰ ਉਹ ਨੈਗੇਟਿਵ ਹੀ ਸੋਚੂ। ਬੋਲੂ ਕੁਛ ਨਾ, ਕੀ ਪਤਾ ਮੇਰੇ ਵਰਗਾ ਪਰਸਨ ਪਤਾ ਕੀ ਕਰਦਾ ਹੈ, ਮੇਰੇ ਵਰਗਾ ਸਮਾਈਲ ਕਰ ਦਿੰਦਾ ਹੈ, ਆਪਣੇ ਦਿਮਾਗ 'ਚ ਮੈਂ ਬਣਾ ਲੈਂਦੀ ਕਿ ਇਹਦੇ ਨਾਲ ਹੁਣ ਮੈਂ ਕੀ ਕਰਾਂ, ਬਿਕੋਜ਼ ਆਈ ਨੈਵਰ ਗਿਵ ਰਿਪਲਾਈ ਬੈਕ ਇਨ ਅ ਅਬਿਊਜ਼ਿਵ ਔਰ ਨੈਗੇਟਿਵ ਵਰਡ। ਕਰਨ ਨੂੰ ਮੈਨੂੰ ਵੀ ਆਉਂਦਾ ਬੋਲਣਾ, ਨਹੀਂ ਬੋਲਣਾ। that doesn't show my standard, that will be, I don't have that type of ill standard कि मैं उसमें show करूँ। I will just smile, laugh, that means I'm very angry with you and I don't want to continue the relationship with you। ਇਹਦਾ ਇਹੀ ਮਤਲਬ ਹੁੰਦਾ ਜਦ ਮੈਂ ਹੱਸ ਪਵਾਂ, ਸਮਾਈਲ ਕਰ ਲਵਾਂ, ਜਿਹੜਾ ਪਰਸਨ ਮੈਨੂੰ ਨੈਗੇਟਿਵਿਟੀ ਬੋਲ ਰਿਹਾ ਉਹਦੇ ਸਮਝ ਲਓ ਕਿ ਲਾਸਟ ਐਡ ਇਹਦੇ ਨਾਲ। and so because due the even though furthermore in addition, ਹੁਣ ਦੇਖੋ ਕਈ words ਹੁੰਦੇ ਨੇ and, so, because, due to, event, thus furthermore in addition, as well as in the same way adding to the previous, such as therefore hence। ਕਈ words ਹੁੰਦੇ ਨੇ positive ਚ ਆ ਜਾਂਦੇ ਨੇ, ਠੀਕ ਹੈ, ਕਈ negative ਚ। that behaves, that results from your tone, ਤੁਹਾਡੀ tone ਕਿਹੋ ਜਿਹੀ ਹੈ ਉਹੀ result ਕਰਦਾ ਹੈ। next is thought rehearsals। ਇਹ ਤੇ ਹੋ ਗਈ thought extender, when the tone is correct in a positive way, ਤੇ thought extender ਜਿਹੜਾ ਸਾਹਮਣੇ ਬੈਠਾ ਹੈ ਉਹ receptor ਹੈ, ਉਹਦੀ thought extend ਹੋਏਗੀ in a positive ਜਾਂ in a negative, that depends upon your tone। next is thought reversal, are the words that reverse the tone of the previous sentence, that if the tone in the first part of the sentence was positive, then the tone of the sentence after thought reversal will be negative or vice versa। but yet although through apparently ironically but rather, ਹਾਂ ਇਹ ਹੋ ਸਕਦਾ ਹੈ, ਕਰਾਂਗੇ, ਦੇਖਾਂਗੇ, ਸੋਚਾਂਗੇ, ਕੋਈ ਇਹੋ ਜਿਹਾ ਬੋਲੇ ਤੇ ਨੈਗੇਟਿਵ 'ਚ ਜਾਏਗਾ, ਕੋਈ ਐਂਡ ਯੈਸ ਵੀ ਵਿਲ ਡੂ ਤੇ ਪੋਜ਼ਿਟਿਵ 'ਚ ਜਾਏਗਾ। ਠੀਕ ਹੈ ਨਾ? प्रेडिक्टिंग करने, ये पढ़ियो
your chapter is over.